वाहिगुरु जी सूही ललत कबीर जियो। एक कोट पंच सिख धारा, पंचे मांगे हाला। एक कोट पंच सिख धारा, पंचे मांगे हाला। जिमी नाही मैं किसी की बोई, ऐसा दीन दुखाला। हर के लोगा मोको नीत डस पटवारी। ऊपर भुजा कर मैं गुर पै पुकारिया, तिन हौं लिया उबारी। रहाओ नौ डाडी दस मुस फतावे, रियत बसन ना देही। डोरी पूरी मापै नाही, बहु बिसटाला लेही। 72 घर एक पुरख समाया, उन दिया नाम लिखाई। धर्म राय का दफ्तर सोधिया, बाकी रिजक न काई। संतां को मत कोई निंदो, संत राम है एको। कहो कबीर मैं सो गुर पाया, जाका नाम बबेको। कहो कबीर मैं सो गुर पाया, जाका नाम बबेको। शब्द गुरु साहिब श्री गुरु ग्रंथ साहिब महाराज सच्चे पातशाह जी दी बख्शिश कृपा दे सदका जुड़ बैठे गुरु प्यारिओ, आप सब बड़े ही बड़े भागां वाले हो। आओ गुरफतेह दी सांझ पाइए, अमृत वेले दीवान दी हाज़री भर रहे हो। गुरबाणी विचार दी आरंभता करिए। सबना ने बोलना जी आखियो वाहिगुरु जी का खालसा, वाहिगुरु जी की फतेह। पिछलेरे वक्त तो आपां बाबा कबीर साहब जी उन्हां दे पावन बोल सूही राग दे विचों सुन रहे हाँ। सूही राग दा अज उन्हां दा लास्ट वाला बोल आ 793 नंबर ते सुशोभित है। आओ भगत कबीर साहब जी की साडे विच आके अज फरमान करते ने। थोड़ा जिहा पहला मन नूं इकागर करके आपां अपनी सुरत नूं जगा के इउं वेखीए भी साडे विच जदों असीं सत संगत करदे हाँ, मतलब क्लास दे विच इस विच बैठदे हाँ, तां अज दा साडा विशा की आ, साडा टीचर कौन आ, ये जरूर ध्यान विच रखना। क्योंकि जदों सानूं विशे दा पता लग गया ते साडे उस्ताद दा टीचर दा पता लग गया, तो शायद मेरे ख्याल मुताबिक जिन्नी क मैनूं मत बुद्ध बख्शी है वाहिगुरू ने, आपां पूरी दी पूरी कथा बाद विच भी याद कर सकते हाँ। पूरी दी पूरी विचार बाद विच भी आपां अपनी सुरत तो दुबारे सुन सकते हाँ। एक बारी तो बाबा कबीर साहब जी सुना गए, उस तो बाद दुबारे साडी सुरत विच जो रिकॉर्डिंग हुई आ उहनूं दुबारे कबीर साहब जी सुना देणगे। जे साडे पहला पता लग जावे अज दा विशा की सी ते अज दा टीचर कौन सी, इस गल दा दोनों दा ध्यान रखिया जावे। सुरत रूपी भांडे नूं बहुत ही सोहणे ढंग दे नाल प्रकाश किया जावे, खोलिया जावे,
ਤਾਂ ਸਾਡੀ ਸੁਰਤ ਵਿੱਚ ਜ਼ਰੂਰ ਉਸ ਮਾਲਕ ਨੇ ਆਪਣੀ ਬਾਣੀ ਦੇ ਵਿੱਚੋਂ ਗੁਣਾਂ ਦਾ ਜਿਹੜਾ ਖਜ਼ਾਨਾ ਗਾ ਉਹ ਪਾ ਦੇਣਾ। ਹੁਣ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਸੂਹੀ ਰਾਗ ਦੇ ਵਿੱਚ, ਸੂਹੀ ਲਲਤ ਕਬੀਰ ਜੀਓ। ਪਿੱਛੇ ਵੀ ਆਪਾਂ ਪੜ੍ਹਿਆ ਸੀ ਸੂਹੀ ਲਲਤ ਕਬੀਰ ਜੀਓ। ਇੱਕ ਤਾਂ ਸੂਹੀ ਰਾਗ, ਇੱਕ ਲਲਤ ਰਾਗ, ਦੋਵਾਂ ਰਾਗਾਂ ਦਾ ਮਿਲਵਾ ਇਹ ਸ਼ਬਦ ਆ। ਮਤਲਬ ਚਾਹੋ ਇਹ ਸਾਡੇ ਵੈਸੇ ਜਾਣਕਾਰੀ ਵਾਸਤੇ ਪੁਆਇੰਟ ਬੋਲਿਆ ਗਿਆ ਵੀ ਰਾਗੀ ਜਿਹੜੇ ਸਿੰਘ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੁੰਦਾ। ਰਾਗਾਂ ਦੀ ਜੋ ਬਣਤਰ ਆ, ਜੋ ਨਮੂਨਾ ਗਾ, ਉਹਦੇ ਬਾਰੇ ਉਹਨਾਂ ਨੇ ਜ਼ਿਆਦਾ ਅਭਿਆਸ ਕੀਤਾ ਹੁੰਦਾ, ਤਜਰਬਾ। ਲਲਤ ਰਾਗ ਕੀ ਹੈ, ਕਿਵੇਂ ਉਹਦੇ 'ਚ ਗਾਉਣਾ, ਆਪਾਂ ਨੂੰ ਨਹੀਂ ਪਤਾ। ਸੂਹੀ ਰਾਗ ਕੀ ਹੈ, ਕਿਵੇਂ ਉਹਦੇ ਵਿੱਚ ਗਾਉਣਾ, ਉਹਨਾਂ ਨੂੰ ਪਤਾ। ਦੋ ਰਾਗਾਂ ਦਾ ਮਿਲਵਾਂ ਸ਼ਬਦ ਹੈ। ਫਿਰ ਅੱਗੇ ਜ਼ਿਕਰ ਕੀਤਾ ਕਬੀਰ ਜੀਓ। ਫਿਰ ਇੱਥੇ ਥੋੜ੍ਹਾ ਜਿਹਾ ਖਾਸ ਧਿਆਨ ਦਿਓ। ਵੈਸੇ ਤੁਸੀਂ ਸਾਰੇ ਸੂਝਵਾਨ ਸਿਆਣੇ ਹੋ ਵੀ ਗੁਰੂ ਨੇ ਬੜਾ ਸਤਿਕਾਰ ਦਿੱਤਾ ਭਗਤ ਸਾਹਿਬਾਨਾਂ ਨੂੰ, ਜੀ ਕਹਿ ਕੇ ਬੁਲਾਇਆ। ਪਰ ਇਹ ਜੀ ਜਿਹੜਾ ਲਫ਼ਜ਼ ਆ ਨਾ, ਇਹ ਬੜਾ ਹੀ ਸਤਿਕਾਰਯੋਗ ਆ। ਜਿਨ੍ਹਾਂ ਦੀ ਜ਼ੁਬਾਨ ਤੇ ਜੀ ਜੀ ਆ ਜਾਵੇ ਤਾਂ ਚੜ੍ਹਦੀ ਕਲਾ ਹੋ ਜਾਂਦੀ ਆ। ਪਰ ਇੱਥੇ ਇੱਕ ਕਮੈਂਟ ਕੱਸਿਆ ਜਾਵੇਗਾ, ਸਵਾਲ ਕੀਤਾ ਜਾਵੇਗਾ ਵੀ ਅੱਜ ਤਾਂ ਸਾਰੇ ਜੀ ਜੀ ਕਰਦੇ ਨੇ, ਕੋਈ ਵੀ ਨਹੀਂ ਹੈ ਜਿਹੜਾ ਜੀ ਜੀ ਨਹੀਂ ਕਰਦਾ। 2G 3G 4G, ਪਰ ਚੇਤਾ ਰੱਖਿਓ ਉਹ ਬਨੌਟੀ ਜੀ ਆ। ਕਦੇ ਵਕਤ ਸੀ ਸਾਡੇ ਉਸਤਾਦ ਜੀ, ਗੁਰੂ ਜੀ, ਟੀਚਰ ਜੀ, ਮਾਸਟਰ ਜੀ, ਮੇਰੀ ਮਾਂ ਜੀ, ਮੇਰੇ ਪਿਤਾ ਜੀ, ਬਾਪੂ ਜੀ, ਬੇਬੇ ਜੀ, ਪਰ ਉਹ ਮੂਰਲੇ ਲਫ਼ਜ਼ ਗਵਾਚ ਗਏ। ਮਾਸਟਰ ਵੀ ਗਵਾਚ ਗਿਆ, ਮਾਂ ਵੀ ਗਵਾਚ ਗਈ, ਪਿਤਾ ਵੀ ਗਵਾਚ ਗਿਆ, ਬੇਬੇ ਵੀ ਗਵਾਚ ਗਈ, ਬਾਪੂ ਵੀ ਗਵਾਚ ਗਿਆ। ਜੀ ਹੈ, ਪਰ ਉਹ ਜੀ ਦੇ ਅੱਗੇ ਬੇਬੇ, ਬਾਪੂ, ਮੰਮੀ ਡੈਡੀ ਲੱਗਦਾ ਨਾ ਤਾਂ ਸਤਿਕਾਰਯੋਗ ਸੀ। ਹੁਣ ਕੁਛ ਹੋਰ ਹੀ ਲੱਗ ਗਿਆ, 2G 4G 3G 5G। ਸੋ ਚਲੋ ਇਸ ਬਨੌਟੀ ਭਾਸ਼ਾ ਤੋਂ, ਬਨੌਟੀ ਗੱਲਬਾਤ ਤੋਂ ਅਸੀਂ ਬਚ ਗਏ, ਜਿੰਨਾ ਹੋ ਸਕਦਾ ਬਚੋ। ਇੱਥੇ ਗੁਰੂ ਸਾਹਿਬ ਜੀ ਨੇ ਭਗਤ ਸਾਹਿਬਾਨਾਂ ਦਾ ਮੂਹਰੇ ਨਾਮ ਲਿਖਿਆ, ਪਿੱਛੇ ਜੀ ਲਿਖਿਆ, ਜੀਓ ਜਾਂ ਜੀ। ਉਹਨਾਂ ਨੂੰ ਪ੍ਰੇਮ ਦਿੱਤਾ, ਸਤਿਕਾਰ ਦਿੱਤਾ, ਪਿਆਰ ਬਖਸ਼ਿਆ। ਕਿਉਂਕਿ ਭਗਤ ਸਾਹਿਬਾਨਾਂ ਦੀਆਂ ਗੱਲਾਂ ਹੀ ਬੜੀਆਂ ਵਧੀਆ ਨੇ। ਕੱਲ ਵੀ ਬਹੁਤ ਸੋਹਣੀ ਮੇਰੇ ਮਾਲਕ ਨੇ ਵਿਚਾਰ ਦਿੱਤੀ ਸੀ, ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਅੱਜ ਦੀ ਵਿਚਾਰ ਪਾਤਸ਼ਾਹ ਨੇ ਜ਼ਿਕਰ ਕੀਤਾ, ਏਕ ਕੋਟ, ਏਕ ਕੋਟ ਪੰਚ ਸਿਕਦਾਰਾ, ਪੰਚੇ मांगे हाला, जिम्मी नाही मैं किसी की बोई, ऐसा देन दुखाला। ਅੱਗੇ ਜ਼ਿਕਰ ਕੀਤਾ, ਹਰ ਕੇ ਲੋਗਾ ਮੋਹ ਕੋ ਨੀਤ ਦਸੈ ਪਟਵਾਰੀ। ਇਹ ਰਹਾਉ ਦਾ ਬੰਦਾ, ਇੱਥੋਂ ਆਪਾਂ ਸ਼ੁਰੂ ਕਰਨਾ। ਹਰ ਕੇ ਲੋਗਾ ਮੋਹ ਕੋ ਨੀਤ ਦਸੈ ਪਟਵਾਰੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਉੱਪਰ ਭੁਜਾ, ਭੁਜਾ ਮੀਨ ਜੋ ਹੁੰਦਾ ਹੱਥ ਬਾਹਾਂ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹਉ ਲਿਆ ਉਬਾਰੀ। ਰਹਾਉ। ਹੁਣ ਭਗਤ ਕਬੀਰ ਸਾਹਿਬ ਜੀ ਰਹਾਉ ਦੇ ਬੰਦ ਵਿੱਚ ਜ਼ਿਕਰ ਕਰਦੇ ਨੇ। ਪੂਰਾ ਸ਼ਬਦ ਦਾ ਜਿਹੜਾ ਵੇਰਵਾ ਗਾ ਉਹ ਸਾਡੇ ਸਰੀਰ ਨੂੰ ਇੱਕ ਘਰ ਕਿਹਾ, ਕਿਲਾ ਕਹਿ ਲੋ, ਮਕਾਨ ਹੈ ਵੀ ਆ। ਇਸ ਸਰੀਰ ਵਿੱਚ ਵਸਿਆ ਕਿੰਨਾ ਕੁ ਕੁਛ ਆ, ਉਹ ਅੱਜ ਕਬੀਰ ਸਾਹਿਬ ਨੇ ਦੱਸਣਾ ਸਾਨੂੰ। ਵੈਸੇ ਆਪਾਂ ਸਾਰੇ ਸਿਆਣੇ ਆ, ਇਹ ਇੱਕ ਸ਼ਹਿਰ ਆ। ਸਰੀਰ ਨੂੰ ਇੱਕ ਸ਼ਹਿਰ ਕਿਹਾ। ਸ਼ਹਿਰ ਦੇ ਵਿੱਚ ਕੀ ਹੁੰਦਾ, ਬਹੁਤ ਵੱਡਾ ਬਾਜ਼ਾਰ ਲੱਗਿਆ ਹੁੰਦਾ, ਤੇ ਬਾਜ਼ਾਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਿਕਦੀਆਂ ਨੇ। ਗੌਰ ਕਰਿਓ, ਸਾਡਾ ਸਰੀਰ ਭਾਵੇਂ 60-70 ਕਿਲੋ 80 ਦਾ ਗਾ, ਜਿੰਨਾ ਮਰਜ਼ੀ ਹੈ, ਇਹਦਾ ਮਾਪ ਤੋਲ ਕਰਕੇ ਵੇਖੀਏ ਤਾਂ ਇਹ ਸ਼ਹਿਰ ਦੇ ਵਿੱਚ ਸਰੀਰ ਦੀ ਬਣਤਰ ਮੁਤਾਬਕ ਬਾਜ਼ਾਰ ਨਹੀਂ ਹੈ।
ਮਨੁੱਖ ਦੀ ਸੋਚ ਮੁਤਾਬਕ ਬਾਜ਼ਾਰ ਹੈ। ਫਿਰ ਮੈਂ ਦੁਬਾਰਾ ਰਿਪੀਟ ਕਰਾਂ, ਸ਼ਹਿਰ ਵੱਡਾ ਹੋਵੇ, ਰਕਬਾ ਵੱਧ ਹੋਵੇ, ਏਰੀਆ ਜ਼ਿਆਦਾ ਹੋਵੇ, ਆਪਾਂ ਕੀ ਕਹਿ ਦਿੰਦੇ ਜੀ, ਬਹੁਤ ਵੱਡਾ ਸ਼ਹਿਰ ਆ, ਬਹੁਤ ਵੱਡਾ ਪਿੰਡ ਆ ਜੀ। ਪਰ ਚੇਤਾ ਰੱਖਿਓ ਵਿੱਚ ਬਾਜ਼ਾਰ ਕਿਹੋ ਜਿਹਾ, ਜਿਹੜਾ ਸਿਆਣਾ ਬੰਦਾ ਉਹ ਬਾਜ਼ਾਰ ਵੱਲ ਨਿਗਾਹ ਮਾਰਦਾ, ਉਹ ਬੜੱਪਣ ਵੱਲ ਨਿਗਾਹ ਨਹੀਂ ਮਾਰਦਾ, ਏਰੀਏ ਵੱਲ ਨਿਗਾਹ ਨਹੀਂ ਮਾਰਦਾ, ਏਰੀਏ ਵੱਲ ਨਿਗਾਹ ਨਹੀਂ ਮਾਰਦਾ, ਉਹ ਬਾਜ਼ਾਰ ਵਿੱਚ ਵਿਕਦਾ ਕੀ ਆ ਉਹ ਚੀਜ਼ ਵੱਲ ਨਿਗਾਹ ਮਾਰਦਾ। ਹੁਣ ਸ਼ਹਿਰ ਬਹੁਤ ਵੱਡਾ, ਵਿੱਚ ਨਸ਼ੇ ਵਿਕਦੇ ਹੋਣ, ਸ਼ਰਾਬਾਂ ਕਬਾਬਾਂ ਚੱਲਦਾ ਹੋਵੇ ਨਾ, ਗੰਦ ਮੰਦ ਪਿਆ ਹੋਵੇ, ਉਹਨੂੰ ਆਪਾਂ ਵੱਡਾ ਸ਼ਹਿਰ ਨਹੀਂ ਕਹਾਂਗੇ। ਸ਼ਹਿਰ ਭਾਵੇਂ ਛੋਟਾ ਹੀ ਹੋਵੇ ਪਰ ਵਿੱਚ ਬਾਜ਼ਾਰ ਕੀਮਤੀ ਸਜਿਆ ਹੋਵੇ। ਸ਼ਹਿਰ ਭਾਵੇਂ ਛੋਟਾ ਹੀ ਹੋਵੇ ਪਰ ਵਿੱਚ ਬਾਜ਼ਾਰ ਕੀਮਤੀ ਵਣਜ ਕਰਨ ਵਾਲਾ ਹੋਵੇ। ਇਵੇਂ ਜਿਵੇਂ ਸਰੀਰ ਭਾਵੇਂ 6 ਫੁੱਟ ਦਾ 2-3 ਫੁੱਟ ਦੀ ਲਪੇਟ ਆ ਗਈ ਤੇ ਧਿਆਨ ਮਾਰਿਓ ਵੀ ਬਹੁਤ ਵੱਡਾ ਸਰੀਰ ਆ ਵੇਖਣ ਨੂੰ, ਮੋਟਾ ਡਾਢਾ, ਪਰ ਵਿੱਚ ਕੀ ਆ? ਭਗਤ ਜੀ ਕਹਿੰਦੇ ਆ ਨਿਗਾਹ ਮਾਰ, ਵਿੱਚ ਕੀ ਆ? ਸਰੀਰ ਤਾਂ ਬਾਬਾ ਦੁਨੀ ਚੰਦ ਦਾ ਬਹੁਤ ਵੱਡਾ ਸੀ, ਸਰੀਰ ਬਹੁਤ ਵੱਡਾ ਸੀ। ਛੋਟਾ ਸਰੀਰ ਸੀ ਬਚਿੱਤਰ ਸਿੰਘ ਦਾ, ਪਰ ਬਖਸ਼ਿਸ਼ ਛੋਟੇ ਸਰੀਰ ਤੇ ਹੋਈ ਆ, ਵੱਡੇ ਤੇ ਨਹੀਂ ਹੋਈ। ਬਖਸ਼ਿਸ਼ ਛੋਟੇ ਜਿਹੇ ਸਰੀਰ ਤੇ ਹੋ ਗਈ। ਕਿਉਂ? ਕਿਉਂਕਿ ਛੋਟੇ ਜਿਹੇ ਸਰੀਰ 'ਚ ਗੁਣ ਬਹੁਤ ਪਏ ਸੀ ਤੇ ਵੱਡੇ ਸਰੀਰ 'ਚ ਬਾਜ਼ਾਰ ਤਾਂ ਸਜਿਆ ਹੋਇਆ ਸੀ ਪਰ ਛੋਟਾ ਸੀ। ਆਕਾਰ ਰਕਬਾ ਵੱਡਾ ਸੀ, ਬਾਜ਼ਾਰ ਛੋਟਾ ਸੀ। ਇੱਧਰ ਸਰੀਰ ਛੋਟਾ, ਰਕਬਾ ਘਾਟਾ ਤੇ ਬਾਜ਼ਾਰ ਵੱਡਾ ਗਾ। ਇੱਥੇ ਸਾਡੇ ਸਰੀਰ ਦੀ ਗੱਲ ਕੀਤੀ ਹੈ। ਸਾਡੇ ਸਰੀਰ ਨੂੰ ਇੱਕ ਸ਼ਹਿਰ ਕਿਹਾ। ਇਸ ਸ਼ਹਿਰ ਦੇ ਵਿੱਚ ਬਹੁਤ ਕੁਝ ਵਸਿਆ ਪਿਆ ਗਾ, ਨਿਗਾਹ ਮਾਰ ਕੇ ਦੇਖ। ਹੁਣ ਭਗਤ ਜੀ ਕਹਿੰਦੇ, ਹਰ ਕੇ ਲੋਗਾ ਮੋਹ ਕੋ ਨੀਤ ਡਸੈ ਪਟਵਾਰੀ। ਹਰ ਕੇ ਲੋਗਾ, ਐ ਹਰੀ ਦੇ ਲੋਕੋ, ਮੈਨੂੰ ਨਿੱਤ ਨਾ ਪਟਵਾਰੀ ਤੰਗ ਕਰਦਾ, ਪਟਵਾਰੀ ਤੰਗ ਕਰਦਾ, ਡਸੈ। ਹੁਣ ਭਗਤ ਜੀ ਕਹਿੰਦੇ ਨੇ, ਜਿਹੜਾ ਪਟਵਾਰੀ ਹੈ ਨਾ, ਮੈਨੂੰ ਰੋਜ਼ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਹਰ ਸਹਿਮ ਵਿੱਚ ਡਰਾ ਰਿਹਾ, ਧਮਕਾ ਰਿਹਾ। ਫਿਰ ਅੱਗੇ ਕੀ ਹੋਏਗਾ? ਉਹ ਪਟਵਾਰੀ ਦੇ ਕੁਝ ਨਾ ਬੰਦੇ ਰੱਖੇ ਹੋਏ ਨੇ, ਉਹ ਪਟਵਾਰੀ ਦੇ ਕੁਝ ਬੰਦੇ ਰੱਖੇ ਹੋਏ ਨੇ। ਉਹ ਬੰਦੇ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹਰ ਕੇ ਲੋਗਾ ਮੋਹ ਕੋ ਨੀਤ ਡਸੈ ਪਟਵਾਰੀ। ਪਟਵਾਰੀ ਕੌਣ ਆ? ਮਨ। ਚੇਤਾ ਰੱਖਿਓ, ਗੁਰੂ ਸਾਹਿਬ ਜੀ ਨੇ, ਭਗਤ ਕਬੀਰ ਸਾਹਿਬ ਜੀ ਨੇ ਸਾਡੇ ਘਰ ਦੇ ਵਿੱਚੋਂ ਸਮਝਾਇਆ ਸਾਨੂੰ। ਫਿਰ ਕਬੀਰ ਸਾਹਿਬ ਜੀ ਕਹਿੰਦੇ, ਮੰਨ ਲਵੋ ਵੀ ਜਦੋਂ ਬੰਦੇ ਤੇ ਕੋਈ ਧੱਕਾ ਹੋਵੇ ਤੇ ਉਦੋਂ ਬੰਦਾ ਰੌਲਾ ਪਾਉਂਦਾ, ਬੰਦਾ ਰੌਲਾ ਪਾਉਂਦਾ ਨਾ ਉਦੋਂ। ਹੁਣ ਪਟਵਾਰੀ ਨੇ ਮੰਨ ਲਓ ਗਲਤ ਮਿਣਤੀ ਕਰਤੀ, ਬੰਦਾ ਰੌਲਾ ਪਾਉਂਦਾ। ਜਿਹੜੇ ਪਟਵਾਰੀ ਦੇ ਨਾਲ 2-4 ਮਸਟੰਡੇ ਰੱਖੇ ਨੇ, ਉਹ ਗਲਤ ਧੱਕਾ ਕਰ ਰਹੇ ਨੇ, ਬੰਦਾ ਫਿਰ ਰੌਲਾ ਪਾਉਂਦਾ। ਇਹ ਦੁਨੀਆ ਦੀ ਕਹਾਣੀ ਹੈ। ਸਰੀਰ ਦੇ ਵਿੱਚ ਪਟਵਾਰੀ ਬੈਠਾ ਮਨ, ਇਹਦੇ ਨਾਲ ਕੁਝ ਬੰਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਭਗਤ ਜੀ ਕਹਿੰਦੇ ਇਹ ਤੰਗ ਕਰਦੇ ਨੇ ਭਾਈ, ਤੇ ਫਿਰ ਮੈਂ ਰੌਲਾ ਪਾਇਆ। ਹੁਣ ਚੇਤਾ ਰੱਖਿਓ, ਜਿਹਨੂੰ ਆ ਸਰੀਰ ਦੇ ਵਿੱਚ ਅੰਦਰੋਂ ਹੀ ਤੰਗ ਕਰੀ ਜਾਂਦਾ ਕੋਈ, ਉਹ ਬਾਹਰ ਦੀ ਦੁਨੀਆ ਵਿੱਚ ਰੌਲਾ ਪਾਵੇ, ਕੀ ਇਲਾਜ ਹੋ ਜੂ? ਨਾ, ਇਲਾਜ ਨਹੀਂ ਨਾ ਹੋ ਸਕਦਾ। ਮੰਨ ਲਓ ਵੀ ਸਾਡੇ ਘਰ 'ਚ ਲੜਾਈ ਆ, ਆਪਾਂ ਬਾਹਰ ਜਾ ਕੇ ਕਹੀਏ ਵੀ ਸਾਡੇ ਘਰ ਦੀ ਲੜਾਈ ਮਿਟਾਓ ਭਾਈ, ਤੇ ਅਗਲਾ ਕੀ ਕਹੂਗਾ? ਆਪ ਦਾ ਭਾਈ ਤੁਹਾਡਾ ਘਰ ਆ, ਆਪਣਾ, ਜਿਵੇਂ ਮਰਜ਼ੀ ਕਰੋ, ਸਾਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ, ਮਤਲਬ ਨਹੀਂ, ਜਿਵੇਂ ਮਰਜ਼ੀ ਕਰੋ। ਸੋਡਾ ਕੀ ਆ? ਤੁਸੀਂ ਤਾਂ ਕੱਲ ਨੂੰ ਫਿਰ ਇੱਕ ਹੋ ਜਾਓਗੇ। ਅਸੀਂ ਕਹਿੰਦੇ ਨਾ, ਸੋਡਾ ਕੀ ਆ? ਕੱਲ ਨੂੰ ਇੱਕ ਹੋ ਜਾਓਗੇ, ਅਸੀਂ ਤੁਹਾਡੀ ਲੜਾਈ 'ਚ ਨਹੀਂ ਆਉਣਾ। ਬੰਦੇ ਦਾ ਮਨ, ਕੁਝ ਵਿਸ਼ੇ ਵਿਕਾਰ ਅੰਦਰ ਲੜਾਈ ਕਰ ਰਹੇ ਨੇ। ਫਿਰ ਅੱਗੇ ਮਨ ਤੋਂ ਉੱਪਰ ਉੱਠ ਕੇ, ਵੈਸੇ ਤਾਂ ਮਨ ਤੋਂ ਉੱਪਰ ਉੱਠਿਆ ਨਹੀਂ ਜਾਂਦਾ, ਆਪਾਂ ਤੋਂ, ਜਿਨ੍ਹਾਂ ਤੇ ਬਖਸ਼ਿਸ਼ਾ ਉਹ ਉੱਠ ਜਾਂਦੇ ਨੇ। ਮਨ ਤੋਂ ਉੱਪਰ ਉੱਠ ਕੇ ਫਿਰ ਜਾ ਕੇ ਇੱਕ ਸ਼ਿਕਾਇਤ ਕੀਤੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੈਂ
कित्थे शिकायत कीती आ, उपर भुजां ऐ ताहां नूं ना बाहां खड़ियां करके, मतलब हथ अड्ड के, हथ बन के, हथ जोड़ के एक अरदास कीती, उपर भुजा कर मैं गुर पै पुकारिया। मैं गुरु अगे गया ते मैं उत्थे जाके पुकार कीती, उत्थे जाके पुकारिया, बोलिया, आवाज दिती, गुर पै पुकारिया। हुण इस ध्यान मारियो भी बाहरों तो साडी लड़ाई घर दे विच कोई मटाउण नहीं आया, पर आ जिहड़ी शरीर दे अंदर लड़ाई है इहनूं मटाउण वाला हैगा कोई, वो कौन आ? गुरु आ। ते गुरु किहड़ा? शरीर नहीं। चलो सियाणिया तुसीं समझदार हो, शरीर की गल नहीं, कवर गुरु की गल नहीं कीती, किसी रुख की, किसी पशु की गल नहीं कीती भी तुहाडा गुरु आ, किसी बनौटी देवी देवते गुरु की गल नहीं कीती। इत्थे गुरु की गल जे कीती है ना तो शब्द गुरु की गल कीती है। लास्ट में भी कबीर साहब ने कहा ना, कहो कबीर मैं सो गुर पाया। कबीर साहब जी लास्ट में कहते हैं, मैं पहला पॉइंट ले लिया हो, कहो कबीर मैं सो गुर पाया जाका नाउ बबेको। मैं ओ गुरु की प्राप्ति कर ली जिहड़ा बबेकशील है, सियाणा है। बबेकशील आ जिहड़ा सियाणा गुरु, ओ गुरु आ जिहदा मन नहीं डोलदा, ओ गुरु आ जिन्हों पटवारी दे रखे बंदे तंग नहीं करते, ओ गुरु आ जिहड़ा कदे ना लख ते ना कख ते विकिया नहीं है। जिहड़े गुरु दी बाबा कबीर साहब जी गल करते ने, ते उसे गुरु नाल सानू जोड़न दा जतन कीता, पर साडी कमजोरी वैसे वो गुरु नाल जुड़ना पसंद नहीं करदे गे। भगत कबीर साहब जी कहते, मैं उपर भुजा कर गए कर मैं गुरु अगे पुकारिया, जाके उहदे अगे बेनती की, अरजोई की, गुर पै पुकारिया, तिनको हौं लिया उबारी। फिर मैनू गुरु ने भाई बचा लिया, उस गुरु ने मैनू बचा लिया। दोबारा फिर पिछे आ जाओ, की गल तो बचाया? मन पटवारी आ, काम क्रोध लोभ हंकार उहदे बंदे रखे हुए ने, वो धक्का करते ने। धक्का किवें करदे ने? कोट पंच सिकदारा, एक कोट पंच सिकदारा, शरीर एका, किला एका गा, घर एका, मकान एका, पंच सिकदारा। इहदे विच पंज चौधरी रहिंदे नेगे, इन्हां विषय विकारां नूं चौधरी कहागा। पंज चौधरी रहिंदे ने, पंजे मांगे हाला, ते पंजे हाला मंगते हैं। हाला मीनज मामला भरन की गल करते हैं, मामला भरो, जिन्हों आप टैक्स भी कह दईए टैक्स भरो भाई। हुण इत्थे सवाल यह है भी टैक्स काहदा भराउंदे ने? रुपईयां दा ना, सोने चांदी दा ना, काहदा टैक्स भराउंदे ने? ਉਹ ਆਪਾਂ ਨੂੰ ਹੁਣ ਉਹਨਾਂ ਪੰਜੇ ਚੌਧਰੀਆਂ ਦੀ ਭੁੱਖ ਵੇਖਣੀ ਪਊ। ਉਹਨਾਂ ਦੀ ਭੁੱਖ ਕੀ ਆ? ਉਹਨਾਂ ਪੰਜੇ ਚੌਧਰੀਆਂ ਦੀ ਅੰਦਰ ਦੀ ਭੁੱਖ ਵੇਖਣੀ ਪਊਗੀ। ਹੁਣ ਮੰਨ ਲਓ ਉਦਾਹਰਨ, ਜਿਸ ਬੰਦੇ ਦਾ ਢਿੱਡ ਭੁੱਖਾ ਤੇ ਉਹਨੂੰ ਆਪਾਂ ਭੇਟ ਕਰੀਏ ਸੋਨਾ ਚਾਂਦੀ ਛਿੱਕੇ ਭੇਟ ਕਰੀਏ ਆਪਾਂ, ਉਹ ਕੀ ਕਹਿੰਦਾ? ਮੈਨੂੰ ਇਹਦੀ ਲੋੜ ਨਹੀਂ, ਮੈਨੂੰ ਭੋਜਨ ਦੀ ਲੋੜ ਆ। ਕਿਸੇ ਨੂੰ ਪਾਣੀ ਦੀ ਪਿਆਸ ਆ, ਉਹਦੇ ਅੱਗੇ ਆਪਾਂ ਭੋਜਨ ਪਰੋਸ ਕੇ ਰੱਖੀਏ, ਉਹ ਕਹਿੰਦਾ ਭੋਜਨ ਨਹੀਂ ਛਕਣਾ, ਮੈਂ ਪਾਣੀ ਛਕਣਾ, ਮੈਨੂੰ ਤੇ ਲੱਗੀ ਹੋਈ ਆ। ਮੰਨ ਲਓ ਵੀ ਬੰਦੇ ਦੀ ਭੁੱਖ ਕਿਸ ਚੀਜ਼ ਦੇ ਆਧਾਰ ਤੇ ਰੁਕੀ ਹੋਈ ਆ ਤੇ ਉਹੀ ਚੀਜ਼ ਮੰਗਦਾ। ਹੁਣ ਕਾਮ ਦੇ ਕਿਹੜਾ ਹਾਲਾ ਮੰਗਿਆ? ਉਹਨੇ ਟੈਕਸ ਮੰਗਿਆ, ਉਹ ਤੁਸੀਂ ਜਾਣਦੇ ਹੋ। ਕ੍ਰੋਧ ਨੇ ਟੈਕਸ ਮੰਗਿਆ, ਉਹਨੂੰ ਕਾਹਦੀ ਭੁੱਖ ਆ? ਲੋਭ ਨੇ ਟੈਕਸ ਮੰਗਿਆ, ਉਹਨੂੰ ਕਾਹਦੀ ਭੁੱਖ ਆ? ਉਹ ਚਲੋ ਤੁਸੀਂ ਜਾਣਦੇ ਹੋ ਸਾਰੇ ਵੀ ਕਾਮ ਨੂੰ ਕਾਹਦੀ ਭੁੱਖ ਆ, ਕ੍ਰੋਧ ਨੂੰ ਕਾਹਦੀ ਭੁੱਖ ਆ, ਲੋਭ ਨੂੰ ਕਾਹਦੀ ਭੁੱਖ ਆ। ਮੋਹ ਨੇ ਟੈਕਸ ਮੰਗਿਆ, ਕਹਿੰਦਾ ਦੇ ਟੈਕਸ, ਮਾਮਲਾ ਭਰ ਤਾਂ ਗੱਲ ਬਣਨੀ ਆ। ਤੇ ਮੋਹ ਕਾਹਦੀ ਭੁੱਖ ਦੇ ਵਿੱਚ ਆ, ਉਹ ਵੀ ਤੁਸੀਂ ਜਾਣਦੇ ਹੋ। ਹੰਕਾਰ ਕਾਹਦੀ ਭੁੱਖ ਚ? ਆਪਦੀ ਹਿੰਡ ਚ, ਹਿੰਡ ਦੀ ਭੁੱਖ ਆ ਨਾ। ਹੰਕਾਰੀ ਬੰਦਾ ਝੁਕਦਾ ਨਹੀਂ ਹੁੰਦਾਗਾ, ਤੇ ਝੁਕਣ ਨਾਲ ਫਰਕ ਕੋਈ ਨਹੀਂ ਪੈਂਦਾਗਾ। ਬਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਬਨੌਟੀ ਗੁਰੂ ਅੱਗੇ ਨਹੀਂ ਝੁਕਣਾ। ਕਿਸੇ ਗੱਲ ਤੋਂ ਕਿਸੇ ਸਿਆਣੇ ਦਾਨੇ ਪੁਰਖ ਅੱਗੇ ਝੁਕ ਜਾਾਂਗੇ, ਲੜਾਈ ਮਿਟ ਜਾਂਦੀ ਹੁੰਦੀ ਆ। ਝੁਕਣ ਨਾਲ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਮੁਸ਼ਕਲ ਆ ਜਿਹੜੀ ਹੱਲ ਹੋ ਜਾਂਦਾ, ਉਹਦਾ ਟਲ ਜਾਂਦੀ ਆ। ਇਹ ਪੰਜ ਚੌਧਰੀ ਕੁਝ ਨਾ ਕੁਝ ਮੰਗਦੇ ਨੇ, ਧੱਕਾ ਕਰਦੇ ਨੇ।
ਏਕ ਕੋਟ ਪੰਜ ਸਿੱਖ ਦਾਰਾ ਪੰਚੇ ਮੰਗੇ ਹਾਲਾ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਹਨਾਂ ਦੀ ਭੁੱਖ ਤਾਂ ਮਟਾਵਾਂ ਨਾ, ਇਹਨਾਂ ਦੀ ਭੁੱਖ ਤਾਂ ਮਟਾਵਾਂ, ਇਹਨਾਂ ਨੂੰ ਮਾਮਲਾ ਤਾਂ ਮੈਂ ਤਾਂ ਭਰਾਂ, ਇਹਨਾਂ ਨੂੰ ਮੈਂ ਮਾਮਲਾ ਤਾਂ ਰੁਪਈਏ ਤਾਂ ਮੈਂ ਤਾਂ ਦੇਵਾਂ ਜੇ ਮੈਂ ਇਹਨਾਂ ਦੇ ਅਧੀਨ ਹੋਵਾਂ, ਇਹਨਾਂ ਦੇ ਥੱਲੇ ਹੋਵਾਂ। ਹੁਣ ਰਿਸ਼ਵਤ ਕੌਣ ਦਿੰਦਾ? ਜਿਹੜਾ ਆਪ ਕਾਣਾ ਹੁੰਦਾ। ਰਿਸ਼ਵਤ ਕੌਣ ਲੈਂਦਾ? ਜਿਹੜਾ ਆਪ ਕਾਣਾ ਹੁੰਦਾ। ਜਿਹੜਾ ਸਹੀ ਆ ਨਾ ਰਿਸ਼ਵਤ ਦੇਵੇ ਤੇ ਨਾ ਰਿਸ਼ਵਤ ਲਵੇ, ਜਿਹੜਾ ਸਹੀ ਆ। ਹੁਣ ਭਗਤ ਕਬੀਰ ਸਾਹਿਬ ਜੀ ਸਹੀ ਨੇ ਤੇ ਅੱਗੇ ਉਹਨਾਂ ਨੇ ਗੱਲ ਪਤਾ ਕੀ ਕਹੀ ਹੈਗੀ? ਉਹ ਗੱਲ ਕਹਿੰਦੇ ਨੇ, ਕਹਿੰਦੇ ਜਿਮੀ ਨਾਹੀ ਮੈਂ ਕਿਸੀ ਕੀ ਬੋਈ। ਮੈਂ ਕਿਹੜਾ ਕਿਸੇ ਦੀ ਜ਼ਮੀਨ ਦੱਬੀ ਆ ਵੀ ਮੈਂ ਤੁਹਾਡਾ ਟੈਕਸ ਭਰਾਂ, ਮੈਂ ਤੁਹਾਡਾ ਹਾਲਾ ਭਰਾਂ, ਮਾਮਲਾ ਭਰਾਂ, ਮੈਂ ਕਿਹੜਾ ਕਿਸੇ ਦੀ ਜ਼ਮੀਨ ਦੱਬੀ ਆ? ਗੱਲ ਕਰੋ ਮੇਰੇ ਨਾਲ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਮੀ ਕਿਸੇ ਕੀ ਨਾਹੀ ਬੋਈ ਐਸਾ ਦੇਨ ਦੁਖਾਲਾ। ਮੈਂ ਉਹਨਾਂ ਨੂੰ ਬਾਰ-ਬਾਰ ਕਹਿਣਾ ਮੈਂ ਕਿਹੜਾ ਤੁਹਾਡੀ ਜ਼ਮੀਨ ਦੱਬੀ ਆ, ਤੁਹਾਡਾ ਕੋਈ ਹੋਰ ਧੰਦਾ ਨੱਪਿਆਗਾ ਵੀ ਤੁਸੀਂ ਮੈਨੂੰ ਤੰਗ ਕਰੋ। ਮੈਨੂੰ ਤੰਗ ਕਿਸ ਗੱਲ ਤੇ ਕਰਦੇ ਆ? ਫਿਰ ਮੈਨੂੰ ਨਾ ਮੇਰੇ ਗੁਰੂ ਨੇ ਮੱਤ ਦੇ ਦਿੱਤੀ। ਮੱਤ ਕੀ ਦਿੱਤੀ ਆ? ਇਹਨਾਂ ਚੌਧਰੀਆਂ ਦੀ ਸੁਣਨੋਂ ਹਟ ਜਾ। ਮੈਨੂੰ ਮੇਰੇ ਗੁਰੂ ਨੇ ਮੱਤ ਦੇਤੀ, ਮਨ ਪਟਵਾਰੀ ਦੀ ਸੁਣਨੋਂ ਹਟ ਜਾ। ਪਰ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਸਾਡੀ ਕਿਸੇ ਪਟਵਾਰੀ ਨਾਲ ਲਿਹਾਜ਼ ਹੋਵੇ, ਦੁਨਿਆਵੀ ਤਲ ਤੇ ਚੌਧਰੀਆਂ ਨਾਲ ਲਿਹਾਜ਼ ਹੋਵੇ ਤੇ ਅਸੀਂ ਉਹਨਾਂ ਦੀ ਸੁਣੀਏ ਨਾ। ਇਹ ਨਹੀਂ ਹੋ ਸਕਦਾ। ਮੈਨੂੰ ਨਹੀਂ ਲੱਗਦਾ ਵੀ ਕੁਝ ਸੁਣਨ ਤੋਂ ਬਚ ਜਾਊਗਾ। ਬੰਦੇ ਦੇ ਕੰਨ ਹੀ ਅਜਿਹੇ ਨੇ, ਇਹਨੂੰ ਆਪਣੀ ਕਹਾਵਤ ਆ ਨਾ ਵੀ ਕੰਨ ਫੜ ਕੇ ਜਿੱਧਰ ਮਰਜ਼ੀ ਲੈ ਜਾਓ। ਕੰਨ ਫੜਨ ਤੋਂ ਭਾਵ ਕੀ ਹੁੰਦਾ ਗਾ? ਕੰਨ 'ਚ ਗੱਲ ਪਾਓ, ਫੂਕ ਮਾਰੋ, ਜਿੱਧਰ ਮਰਜ਼ੀ ਲੈ ਜਾਓ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੁਸੀਂ ਬਿਲਕੁਲ ਉਹ ਗੁਰੂ ਨਾਲ ਜੁੜੇ ਹੋ ਨਾ, ਜਿਸ ਗੁਰੂ ਅੱਗੇ ਭੁਜਾ ਖੜੀਆਂ ਕਰਕੇ, ਬਾਹਾਂ ਖੜੀਆਂ ਕਰਕੇ ਅਰਦਾਸ ਕਰਦੇ ਹੋ ਤੇ ਉਸ ਗੁਰੂ ਤੇ ਤੁਹਾਨੂੰ ਵਿਸ਼ਵਾਸ ਆ, ਫਿਰ ਚੇਤਾ ਰੱਖਿਓ ਤੁਸੀਂ ਕਦੇ ਵੀ ਹਾਰ ਨਹੀਂ ਸਕਦੇ, ਕਦੇ ਵੀ ਹਾਰੋਗੇ ਨਹੀਂ ਇਹਨਾਂ ਬਕਾਰਾਂ ਅੱਗੇ। ਚਲੋ ਇਹਨਾਂ ਬਕਾਰਾਂ ਦੇ ਪ੍ਰਥਾਏ ਹਰਨ ਦੇ ਸੰਬੰਧੀ ਤੁਸੀਂ ਬਹੁਤ ਵਾਰੀ ਸੁਣਿਆ। ਬਾਬਾ ਅਜੀਤ ਸਿੰਘ, ਬਾਬਾ ਜੈਤਾ ਜੀ, ਹਰੀ ਸਿੰਘ ਨਲੂਏ ਵਰਗਿਆਂ ਦਾ ਕਰਤਾਰ ਵੇਖੋ। ਉਹ ਸੱਜਣ ਨੇ ਜਿਹੜੇ ਇਹਨਾਂ ਬਕਾਰਾਂ ਅੱਗੇ ਹਰੇ ਨਹੀਂ, ਜਿੱਤ ਗਏ। ਉਹ ਮਨ ਪਟਵਾਰੀ ਦੇ ਆਖੇ ਨਹੀਂ ਲੱਗੇਗੇ। ਉਹ ਮਨ ਪਟਵਾਰੀ ਨੂੰ ਪਾਸੇ ਰੱਖਿਆ। ਪਟਵਾਰੀ ਹੋਏਗਾ ਆਪਦੇ ਘਰੇ ਹੋਏਗਾ, ਅਸੀਂ ਕੀ ਲੈਣਾ ਦੱਸੋ? ਅਸੀਂ ਮਨ ਪਟਵਾਰੀ ਦੀ ਸੁਣਦੇ। ਮੇਰਾ ਮਨ ਇਉਂ ਕਹਿੰਦਾ, ਮੇਰਾ ਮਨ ਇਉਂ ਕਹਿੰਦਾ। ਜਿੰਨੀ ਮਨ ਦੀ ਗੱਲ ਸੁਣਨ ਲੱਗ ਜਾਾਂਗੇ ਤੇ ਓਨਾ ਹੀ ਮਨ ਕੀ ਹੋ ਜਾਂਦਾਗਾ? ਆਪਣੀ ਆਮ ਹੀ ਕਹਾਵਤ ਆ, ਮਨ ਚੰਬਲ ਜਾਂਦਾ ਭਾਈ। ਮਨ ਪਟਵਾਰੀ ਦੀ ਸੁਣਨੋਂ ਹਟ ਜੋ, ਚੌਧਰੀਆਂ ਦੇ ਆਖੇ ਲੱਗਣੋਂ ਹਟ ਜੋ, ਜ਼ਿੰਦਗੀ ਇੱਕ ਨੰਬਰ ਦੀ ਬਣ ਜਾਊ। ਤੇ ਜਿਹੜੇ ਚੌਧਰੀ ਨੇ ਉਹਨਾਂ ਦਾ ਸਿੱਕਾ ਵੀ ਮਨ ਕਰਕੇ ਚੱਲਦਾ। ਜਿਵੇਂ ਮਨ ਕਹਿੰਦਾ, ਮਨ ਕਹਿੰਦਾ ਉਵੇਂ ਨਾ ਕਰੋ, ਜਿਵੇਂ ਗੁਰੂ ਕਹਿੰਦਾ ਨਾ ਉਵੇਂ ਕਰੀਏ ਫਿਰ ਆਪਾਂ। ਹੁਣ ਗੁਰੂ ਸਾਹਿਬ ਜੀ ਨੇ ਫਿਰ ਕੀ ਲਿਖਿਆਗਾ? ਏਕ ਕੋਟ ਪੰਜ ਸਿੱਖ ਦਾਰਾ ਪੰਚੇ ਮੰਗੇ ਹਾਲਾ। ਹਾਲਾ ਮੀਨਜ ਮਾਮਲਾ। ਜਿਮੀ ਨਾਹੀ ਕੀ ਮੈਂ ਨਾਹੀ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ। ਮੈਂ ਕਿਹੜਾ ਭਾਈ ਕਿਸੇ ਦੀ ਜ਼ਮੀਨ ਨੱਪੀ ਆ ਵੀ ਮੈਨੂੰ ਤੁਸੀਂ ਦੁੱਖ ਦੇਵੋਗੇ, ਵੀ ਕਾਮ ਦੇ ਪਿੱਛੇ ਲੱਗ ਕੇ ਕਾਮ ਦੇ ਅਧੀਨ ਹੋ ਗਿਆ ਮੈਂ। ਹਾਂ, ਜਿਹੜੇ ਕਾਮ ਦੇ ਅਧੀਨ ਹੋ ਗਏ ਉਹ ਬਾਹਰ ਨਿਕਲ ਨਹੀਂ ਸਕਦੇ ਇਸ ਚੁੰਗਲ ਚੋਂ। ਕ੍ਰੋਧ ਦੇ ਅਧੀਨ ਹੋ ਗਏ, ਗੁੱਸੇਖੋਰੀ ਲੋਕ, ਲੋਭ ਦੇ, ਹੰਕਾਰ ਦੇ, ਮੋਹ ਦੇ ਅਧੀਨ ਹੋ ਗਏ, ਉਹ ਨਹੀਂ ਬਚ ਸਕਦੇ। ਜਿਹੜੇ ਅਧੀਨ ਨਹੀਂ ਹੋਏ, ਇਹਨਾਂ ਦੀ ਚੁੰਗਲ 'ਚ ਨਹੀਂ ਫਸੇ, ਪਾਤਸ਼ਾਹ ਜੀ ਕਹਿੰਦੇ ਉਹ ਚੜ੍ਹਦੀ ਕਲਾ ਵਾਲੇ ਗੁਰਸਿੱਖ ਹੁੰਦੇ ਨੇ, ਉਹ ਚੜ੍ਹਦੀ ਕਲਾ ਵਾਲੇ। ਤੇ ਦੇਖੋ ਹੁਣ ਗੁਰਸਿੱਖ ਤਾਂ ਵਾਹਿਗੁਰੂ ਭਲਾ ਕਰੇ, ਤੁਸੀਂ ਸਾਰੇ ਸੂਝਵਾਨ ਸਿਆਣਿਓ, ਜੇ ਵਾਰੀ ਤੌਰ ਤੇ ਵੇਖੀਏ ਤਾਂ ਬਣਨਾ ਬਹੁਤ ਸੌਖਾ। ਤੇ ਜੇ ਹੁਣ ਭਗਤ ਕਬੀਰ ਸਾਹਿਬ ਨੂੰ ਗੁਰਸਿੱਖ ਬਣਨ ਦੀ ਪਰਿਭਾਸ਼ਾ ਪੁੱਛੀਏ ਤਾਂ ਸ਼ਾਇਦ ਬਹੁਤ ਔਖਾ। ਜਿਨ੍ਹਾਂ ਨੂੰ ਪੁੱਛੀਏ ਆਪਾਂ, ਆਪਣੀ ਆਮ ਮੱਤ ਆ ਨਾ ਵੀ ਅਸੀਂ ਕਿਹਦੇ ਸਿੱਖ ਹਾਂ? ਅਸੀਂ ਬਾਬੇ ਨਾਨਕ ਦੇ ਸਿੱਖ ਹਾਂ। ਚਲੋ ਕਦੇ ਕਦੇ 10-20 ਦਿਨਾਂ ਤੋਂ ਇੱਕ ਦਿਨ ਐ ਵੀ ਕਹਿਦਾ ਕਰੀਏ ਅਸੀਂ ਕਬੀਰ ਸਾਹਿਬ ਦੇ ਸਿੱਖ ਹਾਂ। ਕਦੇ ਕਦੇ ਐ ਵੀ ਕਹਿਦਾ ਕਰੀਏ ਵੀ ਅਸੀਂ ਭਗਤ ਰਵਿਦਾਸ ਦੇ ਸਿੱਖ ਹਾਂ। ਕਦੇ ਕਦੇ ਐਂ ਵੀ ਕਹਿਦਾ ਕਰੀਏ ਨਾ ਅਸੀਂ ਭਗਤ ਸੈਣ ਜੀ ਦੇ ਸਿੱਖ ਹਾਂ ਅਸੀਂ। ਕਿਉਂ? ਕਿਉਂਕਿ ਉਹ ਭਗਤਾਂ ਨੇ ਉਹ ਬੋਲ ਬੋਲੇ ਨੇ ਜਿਹੜੇ ਬੋਲ ਗੁਰੂ ਨਾਨਕ ਸਾਹਿਬ ਨੂੰ ਪਸੰਦ ਆ ਗਏ।
बोले तो पहला ना, पर पसंद गुरु नानक साहब नूं आ गए। गुरु नानक साहब ने उन्हां दे बोल चक लए। चलो ਉਹਦੇ बारे तुसीं सारे समझदार सियाणे हो। फिर अगे रहाओ दा जो बंद सी, हर के लोगा मोह को नीत डसै पटवारी, ऊपर भुजा कर मैं गुर पै पुकारिया, तिन हौं लिया उबारी। जदों मैं मेरे गुरु अगे आके बेनती कीती ना, उस गुरु ने ये पटवारी तो भी बचा लिया ते मैनू उस गुरु ने इन्हां पंजां चौधरियां तो भी बचा लिया। ते आपां भी बेनती करनी है, जिहड़े गुरु अगे भगत कबीर साहब ने बेनती कीती है ना, आपां भी उसे गुरु अगे बेनती करिए। थोड़ा जिहा सुरत च नक्शा बनाउणा पैना, आपां नूं 1 मिनट च बना लो। भगत कबीर साहब जी दा गुरु कौन आ? भगत कबीर साहब जी दा गुरु कौन आ? चलो जे आपां संसारक तल ते देखीए तां तरलोचन वाल हथ हो जांदा भी ये टीचर अदना भी। चलो किसी ने किसी नूं सीधे राह पाता, उहदा गुण नहीं भुलना चाहिए। भगत कबीर साहब ने भगत तरलोचन दा गुण नहीं भुलिया, कदे सीधे रस्ते ते पाया। बेशक वो पंडित आ, शूदर आ, पर उत्थे वो बामणवादी सोच खत्म आ भगत तरलोचन जी दी। कई बार ये भी ना होवे भी साडा जी गुरु आ बामण आगा जी, वो साडा पंडित गुरु बैठा गा, इदां चल पैंदे ना विचार। ना ना ना, उत्थे कहना की चाहिदा भी वो ब्राह्मणवादी सोच तो उपर बैठे ने। वो तो एक सोच दे मालक आ, ब्राह्मणवादी सोच तो। ओही सोच भगत रविदास दी आ, ओही सोच भगत पीपा जी दी आ, पंडित आ। जयदेव जी पंडित आ, भगत तरलोचन रामानंद पंडित आ ना। सोच सेम आ, विचार सेम ने। फिर दोनों का रोज हथ मिलदा, एक दूजे नूं जफ्फी पा के मिलते ने। ब्राह्मणवादी सोच वो दिमाग चों निकली भी उन्हां दे। चलो कहण तो भाव दुनियावी तल ते ये सीधे रस्ते ते चढ़ाउण वाला भगत तरलोचन। पर जे हुण आपां गुरु नानक साहब दे सिद्धांत अनुसार वेखीए तां भगत कबीर साहब जी दा गुरु शब्द आ। शब्द नूं मानता दित्ती आ। लास्ट में जिक्र कीता गा, कहो कबीर मैं सो गुर पाया, जाका नाम बबेको। मैं ओ गुरु अगे बेनती कीती आ, ओ गुरु नूं मैं पाया जिन्हों लोग सियाणा गुरु कहंदे ने, जिन्हों लोग सियाणा गुरु समझदार गुरु कहते हैं। जाका नाम बबेको, बबेकशील गुरु आ जिहड़ा। हुण गुरु ग्रंथ साहब नालों सियाणा कौन हो सकता है? कोई? गुरु ग्रंथ साहब नालों सियाणा निगाह मार के देखो। कहना बहुत सौखा, पर इस गल नूं समझना बहुत औखा गा। गुरु ग्रंथ साहब नालों सियाणा मैनूं तां कोई दींदा नहीं गा। चलो तुहानूं भी नहीं कोई दींदा, तुसीं बहुत सियाणे होंगे, ते बस मन्नना पऊ भी सच्चे पातशाह तेरे नालों सियाणा कोई नहीं गा। कोई भी जो भी गल पुछनी है, घर दा हल नहीं हुंदा, गुरु अगे आके बेनती करो। गुरु गरंटी आ, आपां गुरु दी गोद च बैठे हैं, गुरु गरंटी आ तुहानूं वो हल दसेगा जिहड़ा हल बड़े तो बड़ा अफसर भी नहीं कर सकिया। पर एक बारी गुरु की गल नूं सुनन वाली साडी स्रोत बन जावे, मतलब असीं गुरु की गल नूं समझण लग जाइए। हुण मान लो जज हरेक नाल खुले तौर पर गल नहीं करदा कि करदा, वो तो सुनदा सब दी सुनदा, बोलदा बहुत घट आ। जज तो नक्शा बनाया आपां। हुण देखो मैं जज नूं नहीं मिलिया, वाहिगुरू किरपा करे मिलावे भी ना, की लैणा मिल के। जज बोलदा बहुत घट आ ते जज दे सामने बैठे लोग बहुत ज्यादा बोलते हुंदे ने। जज बहुत घट बोलदा, जज दे सन्मुख बैठे लोग बहुत ज्यादा बोलते ने। पर चेता रखियो वो बोलदा थोड़ा पर बोलदा चंगा। जिन्हों जज की बोली की समझ आउण लग गई, जिन्हां नूं जज दे इशारियां की समझ आउण लग गई, बस माफ करना प्यार वालिओ, वो भी मनुख जज का रूप ही बन जाते हैं। वकालत करने वाले आने वाले टाइम च वकालत करदियां करदियां एक दिन जज की कुर्सी ते जा पैंदे ने। आपां कौन आ? आपां गुरु दे सन्मुख बैठे आम लोग आ। बस गुरु की गल नूं सुनना ते समझना ते उहदे इशारियां नूं परखण लग जाइए, पता लग जाए सानूं कहिंदा की आ। बस जिंदगी थोड़े दिनां च ही बदल जू, बहुते दिनां च नहीं बदलदी, थोड़े दिनां च ही ऐटोमैटिक। वो जिवें सियाणे कहंदे हुंदे ना, नितनेम जरूरी आ। आ गल नूं ध्यान नाल चेते रखियो, नितनेम जरूरी आ। हुण लिखिया की आ, नित नेम, नेम तो उठ के कदे प्रेम विच पैर पाउणा चाहिदा सानूं।
ਨਿਤ ਨੇਮ ਜ਼ਰੂਰੀ ਆ। ਨੇਮ ਤੋਂ ਉੱਠ ਕੇ ਕਦੇ ਪ੍ਰੇਮ ਵਿੱਚ ਪ੍ਰਵੇਸ਼ ਹੋਣਾ ਚਾਹੀਦਾ ਗਾ। ਕਈ ਵਾਰ ਸਾਡੇ ਮਨ ਦਾ ਖਿਆਲ ਹੁੰਦਾ ਜੀ ਮੈਂ ਤਾਂ ਇੱਕ ਦਿਨ ਵੀ ਨਿਤਨੇਮ ਨਹੀਂ ਛੱਡਿਆ, ਇੱਕ ਦਿਨ ਵੀ ਨਿਤਨੇਮ ਨਹੀਂ ਛੱਡਿਆ। ਪਰ ਚੇਤਾ ਰੱਖਿਓ, ਨਿਤਨੇਮ ਛੱਡਿਆ ਨਹੀਂ ਪਰ ਪ੍ਰੇਮ ਦੀ ਅਵਸਥਾ ਵਿੱਚ ਪਹੁੰਚਿਆ ਨਹੀਂ। ਨਿਤਨੇਮ ਛੱਡਿਆ ਨਹੀਂ, ਪ੍ਰੇਮ ਦੀ ਅਵਸਥਾ 'ਚ ਪਹੁੰਚਿਆ ਨਹੀਂ। ਨੇਮ ਤੋਂ ਪ੍ਰੇਮ ਤੱਕ ਦਾ ਸਫ਼ਰ ਜ਼ਰੂਰੀ ਆ। ਨੇਮ ਰਹਿ ਜੂ ਕੋਈ ਗੱਲ ਨਹੀਂ, ਪਰ ਪ੍ਰੇਮ ਵਿੱਚ ਪ੍ਰਵੇਸ਼ ਹੋਣਾ ਅਤੀ ਜ਼ਰੂਰੀ। ਸਾਡੇ ਅੰਦਰ ਪ੍ਰੇਮ ਵੀ ਬਣ ਜੇ ਵੀ ਗੁਰੂ ਪ੍ਰਥਾਏ। ਕੱਲਾ ਨਿਤਨੇਮ ਜੋਗੀ ਨਾ ਰਹਿ ਜੀਏ। ਨਿਤਨੇਮ ਤੋਂ ਅੱਗੇ ਪ੍ਰੇਮ ਦੀ ਪੌੜੀ ਆ। ਨਿਤਨੇਮ ਤੋਂ ਅੱਗੇ ਪ੍ਰੇਮ ਦੀ ਪੌੜੀ ਆ। ਪ੍ਰੇਮ ਦੀ ਅਵਸਥਾ ਗੁਰੂ ਨਾਲ ਪਿਆਰ ਵੀ ਬਣ ਜੇ। ਕੇਵਲ ਨਾ ਦੁਨਿਆਵੀ ਉਦਾਹਰਨ ਲਾ ਲਓ, ਛੱਲੇ ਮੁੰਦੀਆਂ ਪਟਾਉਣ 'ਚ ਹੀ ਨਾ ਰਹਿ ਜੀਏ। ਛੱਲੇ ਮੁੰਦੀਆਂ ਤੋਂ ਅੱਗੇ ਕੁਝ ਹੋਰ ਵੀ ਹੈ ਬਈ। ਇਸ਼ਾਰਾ ਹੀ ਆ ਨਾ ਦੁਨਿਆਵੀ ਤਲ ਤੇ। ਰਿਸ਼ਤੇ ਹੁੰਦੇ ਨੇ, ਕੜੇ ਪੈਂਦੇ ਨੇ, ਛੰਪਾਂ ਪੈਂਦੀਆਂ, ਚੈਨੀਆਂ ਪੈਂਦੀਆਂ ਨੇ, ਛੱਲੇ ਮੁੰਦੀਆਂ ਵੱਟਦੀਆਂ ਨੇ, ਪਰ ਛੱਲੇ ਮੁੰਦੀਆਂ ਤੋਂ ਉੱਪਰ ਕੁਝ ਹੋਰ ਵੀ ਆ ਕਿਤੇ। ਉਹਨੂੰ ਕੋਈ ਸਮਝਦਾ। ਇਵੇਂ ਜਿਵੇਂ ਨਿਤਨੇਮ ਇੱਕ ਛੱਲੇ ਮੁੰਦੀ ਆ, ਇਹ ਛੱਲੇ ਮੁੰਦੀਆਂ ਬਟਾਉਂਦੀ ਨਾ ਰਹਿ ਜੀਏ। ਗੁਰੂ ਨਾਲ ਕੱਲਾ ਨਿਤਨੇਮ ਜੋਗੀ ਨਾ ਰਹਿ ਜੀਏ। ਨਿਤਨੇਮ ਤੋਂ ਅੱਗੇ ਪ੍ਰੇਮ ਵੀ ਹੈ। ਤੇ ਭਗਤ ਕਬੀਰ ਸਾਹਿਬ ਵਰਗੇ ਉਹ ਨੇ ਜਿਹੜੇ ਕਹਿੰਦੇ ਨੇ ਨਿਤਨੇਮ ਤਾਂ ਮੇਰਾ ਰਹਿ ਜਾਂਦਾ ਸੀ। ਪਰ ਕਿਹੜੀ ਅਵਸਥਾ 'ਚ ਪਹੁੰਚਦੇ ਨੇ? ਹਾਥ ਪਾਉ ਸਭ ਕਾਮ ਚੀਤ ਨਰੰਜਨ ਨਾਲ। ਜਿਹੜਾ ਚਿੱਤ ਨਰੰਜਨ ਨਾਲ ਆ ਨਾ, ਉਹ ਪ੍ਰੇਮ ਦੀ ਅਵਸਥਾ। ਨੇਮ ਤਾਂ ਹੁਣ ਮੰਨ ਲਓ ਕੋਈ ਪਖੰਡੀ ਵੀ ਕਰ ਸਕਦਾ ਨਾ। ਆ ਵਡਭਾਗੇ ਬਹੁਤ ਕਰਦੇ ਨੇ ਨਿਤਨੇਮ, ਥੋੜਾ ਥੋੜੀ ਕਰਦੇ ਨੇ। ਪਿਰਥਗੀ ਦੀ ਔਲਾਦ ਬਹੁਤ ਜ਼ਿਆਦਾ ਵੱਡੇ ਪੱਧਰ ਤੇ। ਚਲੋ ਹੋਰ ਬਹੁਤ ਨੇ ਚਿੱਟ ਕੱਪੜੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਵਾਂਗਾ, ਬੜਾ ਨਿਤਨੇਮ ਕਰਦੇ ਨੇ। ਸੁਖਮਣੀ ਦੇ ਜਾਪ ਵੀ ਕਰਦੇ ਨੇ, ਆਸਾ ਦੀ ਵਾਰ ਵੀ ਪੜ੍ਹਦੇ ਨੇ, ਪਰ ਪ੍ਰੇਮ ਦੀ ਅਵਸਥਾ 'ਚ ਨਹੀਂ ਪਹੁੰਚੇ। ਜੇ ਪਹੁੰਚ ਗਏ ਦੱਸੋ ਜੀ। ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੱਜ ਦੀ ਗੱਲ ਸੁਣਨ ਵਾਲਾ ਬਣ ਜਾ ਤੂੰ, ਜੱਜ ਦਾ ਇਸ਼ਾਰਾ ਸਮਝਣ ਵਾਲਾ ਬਣ ਜਾ। ਨਿਤਨੇਮ ਰਹਿ ਜੂ ਕੋਈ ਗੱਲ ਨਹੀਂ। ਕਰਨ ਦੇਖੋ, ਮੈਂ ਪਹਿਲਾਂ ਗੱਲ ਕੀਤੀ, ਕਰਨਾ ਜ਼ਰੂਰੀ ਆ। ਨੇਮ ਤੋਂ ਅੱਗੇ ਪ੍ਰੇਮ ਵੀ ਹੈ। ਬਸ ਜਦੋਂ ਜੱਜ ਦਾ ਇਸ਼ਾਰਾ ਸਮਝ ਗਿਆ ਨਾ, ਫਿਰ ਕੀ ਆ? ਫਿਰ ਬਹੁਤਾ ਬੋਲਣ ਦੀ ਲੋੜ ਨਹੀਂ, ਰੌਲਾ ਪਾਉਣ ਦੀ ਲੋੜ ਨਹੀਂ ਹੈ। ਕਟਹਿਰੇ ਵਿੱਚ ਇੱਕੋ ਵਿਅਕਤੀ ਖੜਾ ਜਿਹੜਾ ਬਹੁਤ ਰੌਲਾ ਪਾ ਰਿਹਾ, ਜੱਜ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਕਹਿੰਦਾ ਨਾ ਮਾਫ ਕਰ ਦੋ, ਬਚਾ ਲਓ, ਮੈਂ ਇਹੋ ਜਿਹਾ ਹੈ ਹੀ ਨਹੀਂਗਾ। ਜੱਜ ਉਹਦੀ ਗੱਲ ਨੂੰ, ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ, ਪਰ ਰੌਲਾ ਬਹੁਤ ਪਾਇਆ। ਇੱਕ ਕਟਹਿਰੇ ਵਿੱਚ ਉਹ ਵੀ ਖੜਾ ਜਿਹਨੇ ਰੌਲਾ ਨਹੀਂ ਪਾਇਆ। ਕਹਿੰਦਾ ਕੋਈ ਗੱਲ ਨਹੀਂ, ਜਿਵੇਂ ਮੇਰੀ ਲਿਸਟ ਬਣ ਕੇ ਵਕਾਲਤ ਕਰਨ ਵਾਲੇ ਲੈ ਕੇ ਆਏ ਨਾ, ਉਦਾਂ ਦੀ ਮੈਨੂੰ ਸਜ਼ਾ ਮਿਲ ਜਾਣੀ ਆ। ਕੋਈ ਗੱਲ ਨਹੀਂ, ਰੌਲਾ ਪਾਉਣ ਨਾਲ ਕੁਛ ਨਹੀਂ ਹੋਣਾ। ਗੁਰੂ ਜੱਜ ਅੱਗੇ ਆਈਏ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਆਹ ਸਾਡਾ ਜੱਜ ਆ, ਇਹਦੇ ਅੱਗੇ ਆਈਏ। ਤੇ ਇਹਨੂੰ ਕੀ ਕਹਿੰਦੇ ਨੇ? ਵਿਵੇਕ ਗੁਰੂ ਕਹਿੰਦੇ ਨੇ। ਵਿਵੇਕਸ਼ੀਲ ਸਿਆਣਾ ਗੁਰੂ, ਇਹ ਅਤੀ ਸਿਆਣਾ ਗੁਰੂ ਆ। ਇਹ ਜੱਜ ਆ, ਇਹ ਇਸ਼ਾਰੇ ਕਰਦਾ, ਥੋੜਾ ਬੋਲਦਾ, ਸੁਣਦਾ ਬਹੁਤ ਜ਼ਿਆਦਾ, ਬੋਲਦਾ ਥੋੜਾ। ਬਸ ਥੋੜਾ ਬੋਲਣ ਵਾਲੇ ਦਾ ਇਸ਼ਾਰਾ ਸਮਝ ਕੇ ਜ਼ਿੰਦਗੀ ਬਦਲ ਜੂ। ਫਿਰ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹਉ ਲਿਆ ਉਵਾਰੀ। ਉਸ ਗੁਰੂ ਨੇ ਭਾਈ ਮੈਨੂੰ ਇਹਨਾਂ 5 ਚੌਧਰੀਆਂ ਤੋਂ ਬਚਾ ਲਿਆ। ਉਹ 5 ਚੌਧਰੀ ਮੈਂ ਦੁਬਾਰਾ ਗਿਣ ਦੇਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਚੌਧਰੀ ਨੇ। ਪਟਵਾਰੀ ਕੌਣ ਸੀ? ਮਨ। ਮਨ ਨੂੰ ਰਾਜਾ ਵੀ ਕਿਹਾ ਹੈ ਸਰੀਰ ਰੂਪੀ ਘਰ ਦੇ ਵਿੱਚ। ਮਨ ਰਾਜਾ, ਸੁਲਤਾਨ ਤੋਂ। ਇਹਦੇ ਵਿੱਚ ਮਨ ਕੀ ਆ? ਰਾਜਾ ਵੀ ਹੈ ਵੀ ਰਾਜਾ, ਕੋਈ ਸ਼ੱਕ ਨਹੀਂ। ਮਨ ਮੀਨਜ ਦਿਮਾਗ, ਦਿਮਾਗ ਸਾਡੇ ਸਾਰੇ ਸਰੀਰ ਦਾ ਰਾਜਾ ਹੀ ਹੈਗਾ। ਪਰ ਉਹ ਰਾਜਾ ਗਲਤ ਕੰਮ ਕਰਦਾ, ਤਾਂ ਕਰਕੇ ਉਹਨੂੰ ਗੁਰਬਾਣੀ ਦੇ ਵਿੱਚ ਬਾਰ-ਬਾਰ ਫਟਕਾਰ ਪਾਈ ਆ। ਅੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, 9 ਡਾਢੀ 10 ਮੁਸਫ ਧਾਵੈ ਰਈਅਤ ਬਸਨ ਨਾ ਇਹੀ। 9 ਡਾਢੀ। ਅੱਗੇ ਕੀ ਕਹਿੰਦੇ ਨੇ? ਕਹਿੰਦੇ ਇਸ ਮਾਮਲੇ ਦਾ, ਕਹਿੰਦੇ ਹਿਸਾਬ ਕਿਤਾਬ ਬਣਾਉਣ ਦੇ ਲਈ, ਇਸ ਮਾਮਲੇ ਦਾ, ਟੈਕਸ ਦਾ ਹਿਸਾਬ ਕਿਤਾਬ ਬਣਾਉਣ ਦੇ ਲਈ ਕੀ ਹੋਇਆਗਾ? ਕਹਿੰਦੇ ਮਨੁੱਖੀ ਸਰੀਰ ਦੇ ਵਿੱਚ ਕੁਝ ਹੋਰ ਵੀ ਹਮਾਇਤ ਕਰਨ ਵਾਲੇ ਵੀਰ ਖੜੇ ਨੇ। ਹਮਾਇਤ ਕਰਨ ਵਾਲੇ ਵੀਰ ਖੜੇ ਨੇ, ਜਿਨ੍ਹਾਂ ਦਾ ਜ਼ਿਕਰ ਆਪਾਂ ਮੋਟੇ ਜਿਹੇ ਪੱਧਰ ਤੇ ਕਰ ਦਈਏ, ਗਿਆਨ ਇੰਦਰੇ ਤੇ ਕਰਮ ਇੰਦਰੇ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਿਹਨੂੰ ਆਪਾਂ ਇਉਂ ਕਹਿੰਦੇ ਆ ਵੀ 9 ਗੋਲਕਾਂ ਵਾਹਿਗੁਰੂ ਨੇ ਗੁਪਤ ਵਾਹਿਗੁਰੂ ਪ੍ਰਗਟ ਕਰ ਦਿੱਤੀਆਂ, ਪਰ ਇੱਕ ਗੋਲਕ ਆ ਜਿਹੜੀ ਉਹ ਗੁਪਤ ਰੱਖ ਲਈ, ਉਹਨੂੰ ਢੱਕਤਾ, ਉਹਨੂੰ ਤੈਂ ਖੋਲਣਾ, ਉਹਨੂੰ ਤੈਂ ਪ੍ਰਕਾਸ਼ ਕਰਨਾਗਾ।
नौ द्वारे प्रगट किए। फिर इत्थे जिक्र की कीतागा, नौ डाटी 10 मुसफ धावै रैयत वसन न देई, डोरी पूरी मापै नाही, बहु बिस्टाला लेही। कहंदे ना ये मन अपने चौधरियां दे नाल लग के कहंदे गलत मापदा, गलत माप रहा गा। डोरी पूरी, डोरी तो भाव जरीब जिहड़ी ना जमीन मिणी जांदी आ, ते जरीब नूं ना ये अगे पिछे करके नाप तोल गलत कर दिंदा। मन बहुत, मन पटवारी बहुत गंदा। हुण जमीन की मिणती पटवारी के हत्थ 'च ही हुंदी है ना। सोच के देखो, जमीन की मिणती के चक्कर विच किन्ने क खुआर होईदा। देखो मैं तो इस चक्कर च कदे पिया नहीं गा, पर तुसीं पए होवोगे, सियाणे बंदे बैठे आ जमीन की मिणती गिणती च। पटवारी किसी नूं थड़े थूणी लगन दिंदा। इत्थे की कहा गा, ये मन पटवारी बड़ा घटिया गा, बड़ा गंदा गा। डोरी पूरी मापै नाही, मापै तो मिणदा नहीं, चंगा नहीं मिणदा, ये वध घट मिण दिंदा, लड़ाई पवाई रखदा। कदे ये पटवारी हंकार रूपी चौधरी दे हक च खड़ जांदा, कदे मोह दे हक च खड़ जांदा, कदे लोभ दे, कदे क्रोध दे ते कदे काम दे, अड्डो अड्ड हक च खड़ जांदा। इहदा सुभाਅ की आ भी जिधर नूं थोड़ा जिहा ज्यादा दबाव हुंदा गा उसे पासे जाके खड़ जांदा। इनू की कहा जाता, मापै नाही, ये सही ढंग नाल मिणती नहीं कर रहा गा। 72 घर एक पुरख समाया, उन दिया नाम लखाई। 72 नाड़ियां साडे तंदियां मन्नियां जांदियां ने, जिन्हां नूं इत्थे 72 घर मन्निया। 72 घर ते घरां दी जिहड़ी गिणती आ वो बाणी विच भी है। पहला घर, दूजा घर, तीजा घर, चौथा घर। घर मीनज पहर भी, आ इस पहर विच बाणी गाउणी आ, इस पहर विच गाउणी आ, इस पहर विच गाउणी आ। आप पढ़ते हैं ना, सलोक महला पहला, दूजा, तीजा, जां धनासरी महला दूजा पहला, जो भी है, ते अगे घर दूजा, घर पहला, घर चौथा, घर पंजवां। इवें जिवें साडे शरीर दियां 2 अखां, 2 नख, 2 कन, इदां साडे शरीर दी बनतर आ जिहड़ी 9 गोलकां। फिर कुछ टोटे ने, कुछ हिस्से ने। हिस्से में जिमें जिमें जोड़ ने शरीर दे। 9 खंड भी उन्होंने कहा गया, 72 नाड़ियां। ये भगत कबीर साहब ने मापिया गा। चलो मैं इस पक्ष ते थोड़ा जा हीणा गा भी पूरी गिणती मिणती नहीं कर सकांगा, जिन्नी गिणती मिणती भगत कबीर साहब ने कीती आ। पर इत्थे हैरानी इस गल दी आ, भगत कबीर साहब जी साडी दुनिया ने तेरे नाल धक्का कीता। धक्का कीता किस गल ते? इस गल ते धक्का कीता तैनूं जुलाहियां दा लड़का ही समझे इन्हां ने, साडे लोकां ने। ये तो जुलाहा ही आ। हुण जुलाहे दे परिवार दा बच्चा, जम्मण पालण वाला बच्चा, कोई भी वीर आ, भैन आ, चाहे उहदा किन्ना कुछ दुनिया विच सत्कार आ, कोई बहुता नहीं गा। किसी भी भाव शूद्र परिवार दे विच जन्मिया, किन्ना कुछ सत्कार आ, कोई बहुता नहीं गा। अज डॉक्टर बहुत ने जिहड़े पूरे शरीर का ट्रीटमेंट करके दस दिंदे ने कित्थे किन्नियां नाड़ियां किहड़ियां की काम करदियां ने। पर भगत कबीर साहब ने अज तो 600 साल पहला पूरे दे पूरे शरीर की एक स्कैन करके दस दी भी आ कुछ है शरीर दे विच चल रहा है। अज तो 600 साल पहला अज दे डॉक्टरां ने डिग्रियां कीतियां ते डिग्रियां करदियां उमरां बतीत हो जांदियां। ते भगत कबीर साहब जी मैं तां सुनिया सी तुसीं तां ना अपने माता पिता नूं थिआए सी, ਲੱਭ गए तुसीं ਲੱਭੇ ਸੀਗੇ। ਤੁਹਾਡੀ कोई बहुती वड्डी देखो दुनियावी तल ते बाबा कबीर साहब नालों डिग्री किहदी वड्डी हो सकदी है? किसी दी भी नहीं वड्डी। पर दुनियावी तल ते मैं तां नहीं तुहाडी डिग्री वेखी भी तुसीं किन्ने पढ़े हो किन्ने लिखे हो की तुहाडा कोर्स वगैरह कीता गा। पर तुसीं शरीर दी जिहड़ी स्कैन कीती है ने हैरान करन वाली है। 72 नाड़ियां उन्हां नाड़ियां नूं इत्थे घर लिखिया गा। लिखिया की हैगा कहंदे इस शरीर विच रहण वाला मन गलत फैसला कर जांदा ते गलत फैसला करन करके उहदे पल्ले की पैंदा बिस्टाला। बिस्टाले तो भाव गंदगी, उहदे पल्ले पैंदी आ गंदगी। ते हुण चेता रखियो जिहड़ा बंदा गंदे काम करे ते उहदे पल्ले की पैंदा कूड़ कवाड़ ही पैंदा ना। बस इवें जिवें मन गलत फैसले करूगा तो मन के पल्ले भी कूड़ कवाड़ पै गया। फिर क्या 72 घर एक पुरख समाया। 72 घरां दे विच 9 द्वारे सारा कुछ गिण के इन्ने जोड़ इन्ने खंड ने, खंड मींज टोटे हिस्से, इन्नियां नाड़ियां दिल गुरदे सब कुछ गिण के पूरी डिटेल बना के सारियां दे विच इक्को ही वसदा।
ਸਾਰਿਆਂ ਦੇ ਵਿੱਚ ਇੱਕੋ ਹੀ ਵਸਦਾ, 72 ਘਰਾਂ ਦੇ ਵਿੱਚ ਇੱਕੋ ਹੀ ਵਸਦਾ। ਅੱਛਾ, ਇਹ ਇੱਕ ਸਰੀਰ ਦੀ ਗੱਲ ਕੀਤੀ ਹੈਗੀ, ਸਾਰੇ ਸਰੀਰਾਂ ਦੀ ਗੱਲ ਨਹੀਂ ਕੀਤੀ, ਇੱਕ ਸਰੀਰ ਦੀ ਗੱਲ ਕੀਤੀ ਆ। ਇੱਕ ਸਰੀਰ ਵਿੱਚ ਉਹ ਪਰਮਾਤਮਾ ਆਪ ਵਸ ਰਿਹਾ ਹੈਗਾ। 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ। ਫਿਰ 72 ਘਰਾਂ ਦੀ ਕੱਲੀ ਨਾ ਮਤਲਬ ਰਿਪੋਰਟ, ਕੱਲੀ ਰਿਪੋਰਟ ਉਹ ਵਾਹਿਗੁਰੂ ਪਰਮੇਸ਼ਰ ਕੋਲ ਜਾਂਦੀ ਆ। ਆਪਾਂ ਤਾਂ ਸਟੇਜਾਂ ਤੇ ਮੇਰੇ ਵਰਗੇ ਬਾਬਿਆਂ ਤੋਂ ਇੰਨੀ ਸੁਣਿਆ ਵੀ ਉਹ ਪਰਮਾਤਮਾ ਦੇ ਘਰ ਵਿੱਚ ਸਾਡੀ ਬਾਹਰੀ ਰਿਪੋਰਟ ਜੋ ਅਸੀਂ ਕਰਮ ਕਰਦੇ ਆ ਉਹਦੀ ਜਾਂਦੀ ਆ। ਨਹੀਂ, ਗੁਰੂ ਨਾਨਕ ਸਾਹਿਬ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਾ, ਜੋ ਤੂੰ ਸੋਚ ਲਿਆ ਨਾ ਉਹਦੀ ਵੀ ਰਿਪੋਰਟ ਬਣ ਗਈ। ਜੋ ਸੋਚ ਲਿਆ, ਕੀਤਾ ਕੁਛ ਨਹੀਂ, ਸੋਚਿਆ ਹੀ ਆ। ਤੇ ਹੁਣ ਜਿਹੜੀ ਸੋਚਣ ਸ਼ਕਤੀ ਹੈ ਨਾ, ਉਹ 72 ਸਾਲਾਂ ਦੇ ਬਾਬਿਆਂ ਦੀ ਜਵਾਨਾਂ ਨਾਲੋਂ ਵੀ ਅੱਗੇ ਲੰਘੀ ਹੋਈ ਆ। ਸੋਚਣ ਸ਼ਕਤੀ, ਚੋਰੀ ਕੀਤੀ ਨਹੀਂ, ਚੋਰੀ ਬਾਰੇ ਸੋਚਿਆ। ਕਿਸੇ ਦੇ ਤਨ ਨੂੰ, ਇੱਜ਼ਤ ਨੂੰ ਹੱਥ ਪਾਇਆ ਨਹੀਂ, ਪਰ ਉਹਦੇ ਬਾਰੇ ਸੋਚਿਆ, ਰਿਪੋਰਟ ਬਣ ਗਈ। ਇੱਥੇ ਲਿਖਿਆ ਕੀ ਹੈਗਾ, 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ। ਭਾਵ ਧਰਮ ਰਾਜ ਦੇ ਦਫ਼ਤਰ ਵਿੱਚ ਸਾਰੀ ਰਿਪੋਰਟ ਚਲੀ ਗਈ। ਇਹ ਨਾ ਮੰਨਿਓ ਕੇਵਲ ਬਾਹਰੀ ਕਰਮ ਕਰਕੇ, ਬਾਹਰੀ ਕਰਮ ਕਰਨ ਦੀ ਨਾ ਰਿਪੋਰਟ ਬਣਨੀ ਆ। ਕੱਲੇ ਅੰਗ ਦੇ ਵਿੱਚ ਕੀ ਖਿਆਲ ਆਇਆ, ਕੀ ਸੋਚਿਆ, ਕੀ ਕੀਤਾ, ਉਹਦੀ ਕੱਲੀ ਰਿਪੋਰਟ ਬਣ ਜਾਣੀ ਆ। ਫਿਰ ਅੱਗੇ ਲਿਖਿਆ ਦਫ਼ਤਰ ਸੋਧਿਆ, ਬਾਕੀ ਰਿਜ਼ਕ ਨਾ ਕਾਈ, ਬਾਕੀ ਰਿਜ਼ਕ ਨਾ ਕਾਈ, ਰੱਤਾ ਭਰ ਵੀ ਉਹ ਪਏ ਪ੍ਰਮਾਤਮਾ ਵਾਹਿਗੁਰੂ ਫਰਕ ਨਹੀਂ ਪਾਉਂਦਾ। ਫਿਰ ਭਗਤ ਕਬੀਰ ਸਾਹਿਬ ਜੀ ਨੇ ਕਿਹਾਗਾ, ਕਹਿੰਦੇ ਇਸੇ ਹੀ ਸੰਸਾਰ ਵਿੱਚ ਬੜੇ ਰੱਬ ਦੇ ਪਿਆਰੇ ਲੋਕ ਨੇ। ਉਹ ਕਿਹੜੇ, ਜੋ ਨਕਸ਼ਾ ਪਿੱਛੇ ਸਾਰਾ ਬਣ ਗਿਆ, ਜਿਨ੍ਹਾਂ ਨੇ ਗੁਰੂ ਜੱਜ ਦਾ ਇਸ਼ਾਰਾ ਸਮਝ ਲਿਆ, ਗੁਰੂ ਜੱਜ ਦੇ ਅਨੁਸਾਰ ਤੁਰ ਪਏ, ਗੁਰੂ ਜੱਜ ਅੱਗੇ ਹੀ ਕੇਵਲ ਅਰਦਾਸ ਕੀਤੀ ਆ, ਹੋਰ ਕਿਤੇ ਨਹੀਂ ਕੀਤੀ। ਉਹਨਾਂ ਨੂੰ ਮਤਲਬ ਇਉਂ ਕਹਿ ਲਓ ਸੌਖਾ ਆਪਾਂ ਵੀ ਜਿਨ੍ਹਾਂ ਨੇ ਕੇਵਲ ਗੁਰੂ ਨੂੰ ਹੀ ਸੁਣਿਆ ਤੇ ਮੰਨਿਆ, ਗੁਰੂ ਦੇ ਅੱਖੇ ਲੱਗੇ, ਉਹਨਾਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਲਾਸਟ ਦੇ ਵਿੱਚ ਸੰਤ ਕਿਹਾ। ਹੁਣ ਜਿਹੜੀ ਆਹ ਪੰਗਤੀ ਆ ਨਾ, ਇਹ ਬਾਬਿਆਂ ਨੇ ਆਪਣੇ ਡੇਰਿਆਂ 'ਚ ਵੀ ਲਿਖਾਈਆਂ ਹੋਈਆਂ। ਮੈਂ ਇੱਕ ਡੇਰੇ ਵਿੱਚ ਗਿਆ ਸੀ, ਸਭ ਤੋਂ ਪਹਿਲੀ ਪੰਗਤੀ ਆਹੀ ਲਿਖੀ ਹੋਈ ਸੀ ਜਿਹੜੀ ਅੱਜ ਆਪਾਂ ਹੁਣ ਪੜਾਂਗੇ। ਕਿਹੜੀ ਪੰਗਤੀ ਲਿਖੀ ਹੈਗੀ? ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਸੰਤਾਂ ਕੋ ਮਤ ਕੋਈ ਨਿੰਦੋ। ਹੁਣ ਲਿਖਿਆ ਕਿ ਸੰਤਾਂ ਕੋ ਮਤ ਕੋਈ ਨਿੰਦੋ, ਸੰਤਾਂ ਨੂੰ ਨਿੰਦਿਆ ਨਾ ਕਰੋ। ਹੁਣ ਉਹ ਲਿਖਾਇਆ ਕਿਹਨੇ ਆ? ਜਿਹੜਾ ਸੰਤ ਕਹਾਉਂਦਾ। ਪਹਿਲੇ ਸਾਡਾ ਮੂੰਹ ਬੰਦ, ਤਾਂ ਦੇਖਿਓ ਬੋਲਿਓ, ਜੇ ਬੋਲਿਓ ਨਾ ਤੁਸੀਂ। ਪਰ ਇੱਥੇ ਸੰਤ ਕਿਹਨੂੰ ਕਿਹਾਗਾ? ਜਿਨ੍ਹਾਂ ਨੇ ਇੰਨਾ ਸੋਹਣਾ ਗਿਆਨ ਦਿੱਤਾ, ਜਿਹੜੇ ਕੇਵਲ ਇੱਕ ਗੁਰੂ ਅੱਗੇ ਹੱਥ ਜੋੜਦੇ ਨੇ, ਜਿਹੜੇ ਕੇਵਲ ਸਿਆਣੇ ਗੁਰੂ ਦੇ ਅੱਖੇ ਲੱਗਦੇ ਨੇ, ਉਹਨਾਂ ਨੂੰ ਸੰਤ ਕਿਹਾਗਾ। ਉਹ ਚਾਹੇ ਕੋਈ ਵੀ ਹੋ ਸਕਦਾ, ਅਮੀਰ ਗਰੀਬ ਕੋਈ ਵੀ ਹੋ ਸਕਦਾ। ਚਲੋ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਆਪਣੇ ਤਨ ਦੀ ਖੋਜ ਕਰਨ ਵਾਲਾ, ਆਪਣੇ ਅੰਦਰ ਝਾਤ ਮਾਰਨ ਵਾਲਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਨੂੰ ਪਛਾਣਨ ਵਾਲਾ, ਉਹ ਰੱਬ ਦਾ ਰੂਪ ਹੁੰਦਾ। ਸੰਤ ਰਾਮ ਹੈ ਏਕੋ। ਅੱਗੇ ਕੀ ਲਿਖਿਆ ਹੈਗਾ? ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਬੇਕੋ। ਮੈਂ ਉਹ ਗੁਰੂ ਪਾਲਿਆ ਭਾਈ ਜਿਹਨੂੰ ਬਬੇਕ ਗੁਰੂ ਕਹਿੰਦੇ ਨੇ। ਸਾਡੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਕੀ ਆ? ਬਬੇਕ ਗੁਰੂ ਪਾ। ਆਪਾਂ ਇਹ ਵੀ ਧਿਆਨ 'ਚ ਰੱਖਣ। ਹੁਣ ਗੁਰੂ ਗ੍ਰੰਥ ਸਾਹਿਬ ਤਾਂ ਆਪਾਂ ਕਹੀ ਨਹੀਂ ਕਹਿੰਦੇ, ਪੰਜਵੇਂ ਪਾਤਸ਼ਾਹ ਨੇ ਨਾਮ ਦਿੱਤਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਂ ਦਿੱਤਾ ਨਾ, ਪਰ ਇਹ ਗੁਰੂ ਦਾ ਨਾਂ ਸਾਨੂੰ ਅੱਜ ਮਿਲ ਗਿਆ। ਭਗਤ ਕਬੀਰ ਸਾਹਿਬ ਨੇ ਦੱਸਤਾ, ਇਹਦਾ ਨਾਂ ਬਬੇਕ ਗੁਰੂ ਆ। ਤੇ ਦੁਨੀਆ ਦੇ ਵਿੱਚ ਬਬੇਕ ਗੁਰੂ ਨਹੀਂ ਮਿਲੂ ਆਪਾਂ ਨੂੰ, ਪੂਰੇ ਵਰਲਡ ਦੇ ਵਿੱਚ ਬਬੇਕ ਗੁਰੂ ਨਹੀਂ ਮਿਲੂਗਾ। ਸਿਆਣਾ ਗੁਰੂ ਕੇਵਲ ਜਿਹਦੇ ਕੋਲੇ ਆਪਾਂ ਬੈਠੇ ਆ, ਇਹੀ ਆ ਭਗਤ ਕਬੀਰ ਸਾਹਿਬ ਜੀ। ਕਹਿੰਦੇ ਮੈਂ ਆਪ ਗੁਰੂ ਦੀ ਕਿਰਪਾ ਸਦਕਾ ਨਾ ਇੰਨਾ ਮਹਾਨ ਬਣਿਆਗਾ, ਇੰਨਾ ਭਾਵ ਆਪਣੀ ਜ਼ਿੰਦਗੀ ਵਿੱਚ ਚੰਗੇ ਵਡਭਾਗੇ ਕਰਮਾਂ ਵਾਲਾ ਬਣਿਆਗਾ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ। ਬੋਲਦਿਆਂ ਤੋਂ ਭੁੱਲਾਂ ਰਹਿ ਜਾਂਦੀਆਂ, ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ।